सब तो पहले सारिਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। मैं ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਆਪਣੇ G1 ਤੋਂ AZ ਤੱਕ ਦੇ ਸਫ਼ਰ ਦੀ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ G1 G2 G GZ DZ ਤੇ AZ ਇਹ ਸਾਰੇ ਲਾਇਸੈਂਸਾਂ ਦਾ ਕੀ ਮਤਲਬ ਹੈ। ਇਹ ਸਾਰੇ ਲਾਇਸੈਂਸਾਂ ਤੇ ਤੁਸੀਂ ਕੀ ਡਰਾਈਵ ਕਰ ਸਕਦੇ ਹੋ। ਸੌਖੇ ਸ਼ਬਦਾਂ ਵਿੱਚ ਦੱਸਾਂ ਤਾਂ ਇਹਦੇ 'ਚ ਮੈਂ ਤੁਹਾਨੂੰ ਦੱਸੂਗਾ ਕਿ ਤੁਹਾਡਾ ਕਾਰ ਦਾ ਜਾਂ ਫਿਰ ਟਰੱਕ ਦਾ ਲਾਇਸੈਂਸ ਓਨਟਾਰੀਓ ਵਿੱਚ ਕਿਵੇਂ ਬਣਾਇਆ ਜਾਂਦਾ, ਉਹਨੂੰ ਕਿੰਨਾ ਟਾਈਮ ਲੱਗਦਾ ਬਣਵਾਉਣ ਲੱਗੇ, ਸਭ ਤੋਂ ਮੇਨ ਚੀਜ਼ ਉਹਦੀ ਫੀਸ ਕਿੰਨੀ ਹੁੰਦੀ ਆ, ਤੁਹਾਨੂੰ ਕਿੰਨਾ ਇੰਡੀਆ ਦਾ ਜਾਂ ਫਿਰ ਕਿੰਨਾ ਕੈਨੇਡੀਅਨ ਐਕਸਪੀਰੀਅੰਸ ਚਾਹੀਦਾ ਆ। ਇਹ ਸਾਰੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ ਜੀ ਅੱਗੇ ਵੀਡੀਓ ਦੇ ਵਿੱਚ। ਤਾਂ ਚਲੋ ਜੀ ਫਿਰ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਆਪਣੀ। It's good to be back. Hello, how you doing? No, I'm not a newbie. In fact, check the sky. ਜਦੋਂ ਵੀ ਗੱਲ AZ ਲਾਇਸੈਂਸ ਯਾਨੀ ਕਿ ਟਰੱਕ ਦੇ ਲਾਇਸੈਂਸ ਬਾਰੇ ਕੀਤੀ ਜਾਂਦੀ ਆ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਆਪਣੇ ਕੋਲੇ ਕਾਰ ਦਾ ਲਾਇਸੈਂਸ ਹੋਣਾ ਜ਼ਰੂਰੀ ਹੁੰਦਾ ਆ। ਓਨਟਾਰੀਓ ਦੇ ਵਿੱਚ ਕਾਰ ਦੇ ਲਾਇਸੈਂਸ ਦੇ 3 ਸਟੈਪ ਹੁੰਦੇ ਨੇ ਜੀ। ਸਭ ਤੋਂ ਪਹਿਲਾਂ ਹੁੰਦਾ G1, ਦੂਜਾ G2 ਤੇ ਤੀਜਾ G ਲਾਇਸੈਂਸ। ਸਭ ਤੋਂ ਪਹਿਲੇ ਲਾਇਸੈਂਸ ਦੀ ਗੱਲ ਕਰੀਏ G1, ਇਹ ਇੱਕ ਨੌਲੇਜ ਟੈਸਟ ਹੁੰਦਾ, ਇਹਨੂੰ ਲਰਨਰ ਲਾਇਸੈਂਸ ਵੀ ਕਿਹਾ ਜਾਂਦਾ। ਇਹ ਆਪਣਾ ਟੈਸਟ ਕੰਪਿਊਟਰਾਈਜ਼ਡ ਹੁੰਦਾ, ਯਾਨੀ ਕਿ ਨੇੜੇ ਤੇੜੇ ਕਿਤੇ ਵੀ ਡਰਾਈਵ ਟੈਸਟ ਸੈਂਟਰ ਤੇ ਜਾ ਕੇ ਆਪਾਂ ਨੂੰ ਕੰਪਿਊਟਰ ਦੇ ਉੱਤੇ ਇਹ ਟੈਸਟ ਦੇਣਾ ਪੈਂਦਾ। ਇਹਦੇ ਵਿੱਚ 40 ਮਲਟੀਪਲ ਕੁਐਸਚਨ ਆਉਂਦੇ ਨੇ, ਤਾਂ 20 ਦੇ 2 ਸੈੱਟ ਹੁੰਦੇ ਨੇ। ਹਰ ਇੱਕ 'ਚੋਂ ਆਪਾਂ ਨੂੰ 16 ਕੁਐਸਚਨ ਯਾਨੀ ਕਿ 40 ਦੇ ਵਿੱਚੋਂ 32 ਸਵਾਲ ਸਹੀ ਹੋਣੇ ਜ਼ਰੂਰੀ ਹੁੰਦੇ ਨੇ। ਤਾਂ ਜੇ ਇੱਕ ਸੌਖਾ ਜਿਹਾ ਟੈਸਟ ਹੁੰਦਾ, ਜੇ ਤੁਸੀਂ ਪਾਸ ਨਹੀਂ ਵੀ ਕਰਦੇ ਤਾਂ ਬਾਹਰ ਆ ਕੇ ਨਾਲ ਦੀ ਨਾਲ ਦੂਜਾ ਟੈਸਟ ਦੁਬਾਰਾ ਬੁੱਕ ਕਰ ਸਕਦੇ ਹੋ। ਬਸ ਤੁਹਾਨੂੰ ਹਰ ਨਵੇਂ ਟੈਸਟ ਲਈ $16 ਪੇ ਕਰਨੇ ਪੈਣਗੇ। ਇਹਦੀ ਕੋਈ ਲਿਮਿਟ ਨਹੀਂ ਹੁੰਦੀ, ਤੁਸੀਂ ਜਿੰਨੀ ਮਰਜ਼ੀ ਵਾਰ ਟੈਸਟ ਦੇ ਸਕਦੇ ਹੋ। ਇਹ ਟੈਸਟ ਪਾਸ ਕਰਨ ਦਾ ਮਤਲਬ ਇਹ ਹੈ ਕਿ ਆਪਾਂ ਨੂੰ ਓਨਟਾਰੀਓ ਦੇ ਰੋਡ ਦੇ ਸੇਫਟੀ ਰੂਲਸ ਤੇ ਸਾਈਨਸ ਬਾਰੇ ਨੌਲੇਜ ਹੈਗੀ ਹੈ। ਤੇ ਇਹਦੇ ਬਾਰੇ ਫੀਸ ਦੀ ਗੱਲ ਕਰਾਂ ਜੀ, ਇਹਦੀ ਫੀਸ $160 ਹੁੰਦੀ ਹੈ, ਬਟ ਇਹ G1 ਦੀ ਫੀਸ ਨਹੀਂ ਹੁੰਦੀ ਇਕੱਲੀ, ਇਹਦੇ ਵਿੱਚ G1 ਤੇ G2 ਦੀ ਫੀਸ ਇਨਕਲੂਡਡ ਹੁੰਦੀ ਹੈ। ਯਾਨੀ ਕਿ G1 ਦੀ ਫੀਸ ਤਾਂ ਉਹਦੇ ਵਿੱਚ ਇਨਕਲੂਡ ਹੈ ਹੀ ਹੈ, ਪਰ ਜਿਹੜਾ ਤੁਸੀਂ ਅਗਲਾ ਟੈਸਟ ਯਾਨੀ ਕਿ ਅਗਲਾ ਸਟੈਪ ਆਪਾਂ ਜਦੋਂ G2 ਕਰਾਂਗੇ ਤਾਂ ਆਪਾਂ ਨੂੰ ਉਹਦੀ ਫੀਸ ਭਰਨ ਦੀ ਲੋੜ ਨਹੀਂ ਪੈਣੀ ਜਦੋਂ ਵੀ ਆਪਾਂ ਟੈਸਟ ਬੁੱਕ ਕਰਾਂਗੇ ਆਨਲਾਈਨ ਜਾ ਕੇ। ਤਾਂ ਜੀ ਇਸ ਤੋਂ ਬਾਅਦ ਆ ਜਾਂਦਾ ਜੀ G2 ਲਾਇਸੈਂਸ, ਜਿਹਨੂੰ ਪ੍ਰੋਬੇਸ਼ਨਰੀ ਲਾਇਸੈਂਸ ਵੀ ਕਿਹਾ ਜਾਂਦਾ, ਕਿਉਂਕਿ ਇਹ ਇੱਕ ਰੋਡ ਟੈਸਟ ਹੁੰਦਾ। ਆਪਾਂ ਨੂੰ ਰੋਡ ਤੇ ਚਲਾ ਕੇ ਗੱਡੀ ਦਿਖਾਉਣੀ ਪੈਂਦੀ ਹੈ, ਤਾਂ ਇਹਦੇ ਲਈ ਬਹੁਤ ਸਾਰੇ ਜਣੇ ਕਲਾਸਿਸ ਵੀ ਲੈ ਲੈਂਦੇ ਨੇ। ਯਾਨੀ ਕਲਾਸਿਸ ਮਤਲਬ ਕਿ ਆਪਾਂ ਉਹਦੀ ਤਿਆਰੀ ਕਰ ਸਕਦੇ ਹਾਂ ਕਿਸੇ ਫੁੱਲੀ ਲਾਇਸੈਂਸ ਡਰਾਈਵਰ ਨਾਲ, ਜਿਹੜਾ ਕਿ ਆਥੋਰਾਈਜ਼ਡ ਆਪਾਂ ਨੂੰ ਕਾਰ ਸਿਖਾਉਣ ਲਈ। ਤਾਂ ਬਹੁਤ ਸਾਰੇ ਸਕੂਲ ਵਾਲੇ ਇੱਥੇ ਮਿਲ ਜਾਂਦੇ ਨੇ ਆਨਲਾਈਨ, ਉਹ ਤੋਂ ਆਪਾਂ ਡਿਪੈਂਡ ਕਰਦਾ ਤੁਸੀਂ ਕਿੰਨੀਆਂ ਵੀ ਕਲਾਸਾਂ ਲੈ ਸਕਦੇ ਹੋ। ਜਿੰਨੀਆਂ ਵੀ ਤੁਸੀਂ ਲੈਣੀਆਂ ਚਾਹੁੰਦੇ ਹੋ ਤੁਸੀਂ ਉਹ ਤੋਂ ਕਲਾਸ ਲੈ ਸਕਦੇ ਹੋ। ਉਹ ਕਲਾਸ ਲੈਣ ਦਾ ਮਤਲਬ ਇਹ ਹੈ ਕਿ ਭਾਵੇਂ ਤੁਹਾਨੂੰ ਗੱਡੀ ਆਉਂਦੀ ਹੈ, ਭਾਵੇਂ ਤੁਸੀਂ ਇੰਡੀਆ ਜਿੰਨੀ ਮਰਜ਼ੀ ਗੱਡੀ ਚਲਾਈ ਆ, ਪਰ ਤੁਹਾਨੂੰ ਇੱਥੋਂ ਦੇ ਰੂਲ ਇੱਥੋਂ ਦੇ ਅਕੋਰਡਿੰਗਲੀ ਗੱਡੀ ਚਲਾਉਣ ਦਾ ਥੋੜ੍ਹਾ ਜਿਹਾ ਢੰਗ ਪਤਾ ਚੱਲ ਜਾਂਦਾ ਕਿ ਕਿੱਦਾਂ ਚਲਾਉਣੀ ਆ। ਤਾਂ ਮੈਂ ਤੁਹਾਨੂੰ ਸੁਜੈਸਟ ਕਰਦਾ ਕਿ G2 ਲਾਇਸੈਂਸ ਦੇਣ ਤੋਂ ਪਹਿਲਾਂ ਜਾਂ G ਲਾਇਸੈਂਸ ਦੇਣ ਤੋਂ ਪਹਿਲਾਂ ਤੁਸੀਂ ਇੱਕ ਵਾਰ ਕਾਰ ਦੇ ਕੁਝ ਲੈਸਨਸ ਲੈ ਲਓ ਅਕੋਰਡਿੰਗ ਟੂ ਯੂ। ਤਾਂ ਫਿਰ ਜਦੋਂ ਕਲਾਸਾਂ ਲੈ ਲਈਆਂ ਜੀ, ਉਸ ਤੋਂ ਬਾਅਦ ਆਪਾਂ G2 ਟੈਸਟ ਆਪਣਾ ਬੁੱਕ ਕਰ ਦਿੰਦੇ ਹਾਂ। ਆਪਾਂ ਨੂੰ ਕਾਰ ਆਪਣੀ ਲੈ ਕੇ ਜਾਣੀ ਪੈਂਦੀ ਆ। ਉਹ ਕਾਰ ਤੁਸੀਂ ਆਪਣੀ ਕਿਸੇ ਵੀ ਫਰੈਂਡ ਦੀ, ਕਿਸੇ ਵੀ ਰਿਲੇਟਿਵ ਦੀ ਜਾਂ ਫਿਰ ਰੈਂਟਲ ਕਾਰ ਵੀ ਲੈ ਕੇ ਜਾ ਸਕਦੇ ਹੋ, ਉਹ ਕੋਈ ਮੈਟਰ ਨਹੀਂ ਕਰਦਾ। ਇੰਸਟਰਕਟਰ ਤੁਹਾਡੇ ਨਾਲ ਬੈਠਾ ਹੋਊਗਾ, ਤੁਹਾਨੂੰ ਡਰਾਈਵ ਕਰਕੇ ਦਿਖਾਉਣਾ ਪੈਣਾ ਆ। ਯਾਨੀ ਬੇਸਿਕਲੀ ਉਹ ਤੁਹਾਨੂੰ ਇੰਸਟਰਕਸ਼ਨ ਦਊਗਾ ਕਿ ਲੈਫਟ ਕਰਕੇ ਦਿਖਾ, ਰਾਈਟ ਕਰਕੇ ਦਿਖਾ, ਪੈਰਲਲ ਪਾਰਕਿੰਗ, ਅਪ ਹਿਲ, ਡਾਊਨ ਹਿਲ, ਇੱਦਾਂ ਦੇ ਟੈਸਟ ਤੁਹਾਡੇ ਲਊਗਾ ਇਹ। ਕਿਉਂਕਿ G2 ਲਾਇਸੈਂਸ ਇੱਕ ਫੁੱਲ ਲਾਇਸੈਂਸ ਨਹੀਂ ਹੈਗਾ, ਤਾਂ ਇਹਦਾ ਜਿਹੜਾ ਟੈਸਟ ਆ ਉਹ ਤੁਹਾਡਾ ਇਨ ਸਿਟੀ ਹੋਊਗਾ। ਯਾਨੀ ਕਿ ਜਿਹੜਾ ਸਾਰਾ ਟੈਸਟ ਹੋਊਗਾ ਉਹ ਸਿਟੀ ਦੀਆਂ ਲੋਕਲ ਸੜਕਾਂ 'ਤੇ ਟੈਸਟ ਲੈਣਗੇ, ਤੁਹਾਡਾ ਹਾਈਵੇ 'ਤੇ ਨਹੀਂ ਦਿੱਤਾ ਜਾਊਗਾ। ਤਾਂ ਇਹਦਾ ਜਿਹੜਾ ਰਿਜ਼ਲਟ ਆ ਉਹ ਤੁਹਾਨੂੰ ਟੈਸਟ ਕੰਪਲੀਟ ਹੋਣ ਦੇ ਬਾਅਦ ਹੀ ਦੱਸ ਦੇਣਗੇ। ਜਿੰਨੇ ਵੀ ਡਰਾਈਵਿੰਗ ਦੇ ਟੈਸਟ ਨੇ, ਭਾਵੇਂ ਉਹ ਕੰਪਿਊਟਰਾਈਜ਼ਡ ਨੌਲੇਜ ਟੈਸਟ ਨੇ, ਭਾਵੇਂ ਉਹ ਰੋਡ ਟੈਸਟ ਨੇ, ਉਹ ਸਾਰੇ ਟੈਸਟਾਂ ਦਾ ਰਿਜ਼ਲਟ ਔਨ ਦਾ ਸਪੋਟ ਆਪਾਂ ਨੂੰ ਪਤਾ ਚੱਲ ਜਾਂਦਾ। ਉਹ ਉਦੋਂ ਹੀ ਤੁਹਾਨੂੰ ਦੱਸ ਦਿੰਦੇ ਨੇ ਕਿ ਤੁਸੀਂ ਪਾਸ ਹੋ ਜਾਂ ਫੇਲ ਹੋ। ਜੇ ਫੇਲ ਹੁੰਦੇ ਵੀ ਹੋ ਇਨ ਕੇਸ ਤਾਂ ਤੁਹਾਨੂੰ ਉਹ ਤੁਹਾਡੀ ਗਲਤੀਆਂ ਦੱਸਣਗੇ ਕਿ ਤੇਰੀਆਂ ਇਹ ਗਲਤੀਆਂ ਸੀ, ਤਾਂ ਕਿ ਤੁਸੀਂ ਅਗਲੀ ਵਾਰ ਉਹਨੂੰ ਇੰਪਰੂਵ ਕਰ ਸਕੋ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ G2 ਇੱਕ ਫੁੱਲੀ ਲਾਇਸੈਂਸ ਨਹੀਂ ਹੈਗਾ, ਤਾਂ ਇਹਦੇ 'ਚ ਥੋੜ੍ਹੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਨੇ। ਹਾਲਾਂਕਿ ਉਹ ਕੋਈ ਬਹੁਤੀਆਂ ਵੱਡੀਆਂ ਰਿਸਟ੍ਰਿਕਸ਼ਨਸ ਨਹੀਂ ਹੁੰਦੀਆਂ, ਬਟ ਉਹਨਾਂ ਬਾਰੇ ਆਪਾਂ ਅੱਗੇ ਚੱਲ ਕੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਫੀਸ ਦੱਸਦਾ, ਕਿਉਂਕਿ ਇਹਦੀ G1 ਤੇ G2 ਦੀ ਫੀਸ ਆਲਰੇਡੀ ਇਨਕਲੂਡਡ ਹੁੰਦੀ ਆ। ਬਟ ਜੇ ਤੁਸੀਂ ਪਹਿਲਾ ਟੈਸਟ ਫੇਲ ਕਰ ਦਿੰਦੇ ਹੋ, $54 ਦੇ ਨੀਅਰ ਅਬਾਊਟ ਤੁਹਾਨੂੰ ਦੀ ਫੀਸ ਭਰਨੀ ਪਊਗੀ G2 ਦੀ ਹਰ ਇੱਕ ਅਟੈਂਪਟ ਲਈ। ਤੇ ਮੈਂ ਤੁਹਾਨੂੰ ਇੱਥੇ ਇਹ ਵੀ ਦੱਸ ਦੇਣਾ ਚਾਹੁੰਦਾ, ਕਾਰ ਦੇ ਲਾਇਸੈਂਸ ਤੋਂ ਲੈ ਕੇ ਟਰੱਕ ਦੇ ਲਾਇਸੈਂਸ ਤੱਕ ਜਿਹੜਾ ਵੀ ਤੁਹਾਡਾ ਰੋਡ ਟੈਸਟ ਹੋਣਾ ਆ, ਜੇ ਤੁਸੀਂ ਕਿਸੇ ਵੀ ਰੋਡ ਟੈਸਟ 'ਚੋਂ ਫੇਲ ਹੁੰਦੇ ਹੋ ਤਾਂ ਤੁਹਾਨੂੰ ਮਿਨੀਮਮ 10 ਦਿਨ ਦੀ ਵੇਟ ਕਰਨੀ ਪੈਂਦੀ ਆ। ਕੰਪਿਊਟਰਾਈਜ਼ਡ ਟੈਸਟ ਤਾਂ ਤੁਸੀਂ ਨਾਲ ਜਿੰਨੀ ਮਰਜ਼ੀ ਵਾਰ ਦੇ ਸਕਦੇ ਹੋ, ਬਟ ਰੋਡ ਟੈਸਟ 'ਤੇ ਤੁਹਾਨੂੰ 10 ਦਿਨ ਮਿਨੀਮਮ ਵੇਟ ਕਰਨਾ ਹੀ ਪੈਣਾ। ਤੁਸੀਂ 11ਵੇਂ ਦਿਨ ਜਾਂ ਉਸ ਤੋਂ ਬਾਅਦ ਜਿਹੜੀ ਵੀ ਅਵੇਲੇਬਲ ਡੇਟ ਆ ਉਦੋਂ ਟੈਸਟ ਬੁੱਕ ਕਰ ਸਕਦੇ ਹੋ ਆਪਣਾ। ਤੇ ਹੁਣ ਗੱਲ ਕਰਦੇ ਹਾਂ ਜੀ ਆਪਾਂ ਐਕਸਪੀਰੀਅੰਸ ਦੀ। ਤੁਸੀਂ G2 ਲਾਇਸੈਂਸ ਕਦੋਂ ਦੇ ਸਕਦੇ ਹੋ, ਤੁਹਾਨੂੰ ਕਿੰਨਾ ਇੰਡੀਅਨ ਜਾਂ ਕੈਨੇਡੀਅਨ ਐਕਸਪੀਰੀਅੰਸ ਚਾਹੀਦਾ ਆ।
G1 ਦਾ ਤੁਸੀਂ ਜਦੋਂ ਮਰਜ਼ੀ ਆਉਂਦੇ ਸਾਰੇ ਇੱਥੇ ਦੇ ਸਕਦੇ ਹੋ ਟੈਸਟ ਆਪਣਾ, ਬਟ G2 ਲਈ ਤੁਹਾਡੇ ਕੋਲੇ 1 ਸਾਲ ਦਾ ਕੈਨੇਡੀਅਨ ਜਾਂ ਫਿਰ 1 ਸਾਲ ਦਾ ਇੰਡੀਅਨ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਡਰਾਈਵਿੰਗ ਦਾ। ਤਾਂ ਹੁਣ ਜੇ ਤਾਂ ਤੁਹਾਡੇ ਕੋਲ ਇੰਡੀਆ ਦਾ ਐਕਸਪੀਰੀਅੰਸ ਹੈਗਾ 1 ਸਾਲ ਦਾ ਆਲਰੇਡੀ, ਤਾਂ ਤੁਸੀਂ ਇੱਥੇ ਸਿੱਧਾ ਆ ਕੇ G1 ਦਿੰਦੇ ਸਾਰੀ G2 ਟੈਸਟ ਦੇ ਸਕਦੇ ਹੋ, ਤੁਹਾਨੂੰ ਵੇਟ ਕਰਨ ਦੀ ਕੋਈ ਲੋੜ ਨਹੀਂ ਹੈਗੀ। ਇਨ ਕੇਸ ਤੁਹਾਡੇ ਕੋਲ ਉੱਥੇ ਦਾ ਨਹੀਂ ਐਕਸਪੀਰੀਅੰਸ ਹੈਗਾ ਤਾਂ ਤੁਹਾਨੂੰ ਕੈਨੇਡਾ ਦਾ 1 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਗੇਨ ਕਰਨਾ ਪੈਣਾ G1 ਤੋਂ ਬਾਅਦ, ਯਾਨੀ ਕਿ G1 ਤੋਂ ਬਾਅਦ ਤੁਹਾਨੂੰ 1 ਸਾਲ ਵੇਟ ਕਰਨੀ ਪੈਣੀ ਹੈ G2 ਟੈਸਟ ਦੇਣ ਲਈ। ਇੱਕ ਰਾਹ ਹੋਰ ਹੁੰਦਾ ਹੈ, ਜੇ ਤੁਸੀਂ ਇੱਥੇ ਕਿਸੇ ਆਥੋਰਾਈਜ਼ਡ ਸਕੂਲ ਹੁੰਦੇ ਨੇ ਕੁਝ, ਜੇ ਉਹਨਾਂ ਤੋਂ ਤੁਸੀਂ ਟ੍ਰੇਨਿੰਗ ਲੈ ਲੈਂਦੇ ਹੋ, ਟ੍ਰੇਨਿੰਗ ਸਰਟੀਫਿਕੇਟ ਮਿਲ ਜਾਂਦਾ ਉਹਨਾਂ ਤੋਂ, ਤਾਂ ਤੁਹਾਨੂੰ 8 ਮਹੀਨੇ ਵੇਟ ਕਰਨੀ ਪੈਣੀ ਹੈ, ਫਿਰ ਤੁਸੀਂ 8 ਮਹੀਨੇ ਬਾਅਦ G2 ਲਾਇਸੈਂਸ ਦਾ ਟੈਸਟ ਦੇ ਸਕਦੇ ਹੋ। ਤਾਂ ਹੁਣ ਆਪਾਂ ਗੱਲ ਕਰਦੇ ਹਾਂ G2 ਦੀਆਂ ਰੈਸਟ੍ਰਿਕਸ਼ਨਸ ਬਾਰੇ। ਤਾਂ G2 ਤੇ G ਲਾਇਸੈਂਸ ਵਿੱਚ ਸਿਰਫ ਇੱਕੋ ਹੀ ਫਰਕ ਹੁੰਦਾ ਕਿ G2 ਇੱਕ ਫੁੱਲ ਲਾਇਸੈਂਸ ਨਹੀਂ ਹੈਗਾ, ਤਾਂ ਇਹਦੇ 'ਤੇ ਥੋੜ੍ਹੀਆਂ ਬਹੁਤ ਰੈਸਟ੍ਰਿਕਸ਼ਨਸ ਹੁੰਦੀਆਂ ਨੇ। ਹਾਲਾਂਕਿ ਉਹ ਰੈਸਟ੍ਰਿਕਸ਼ਨਸ ਕੋਈ ਬਹੁਤ ਜ਼ਿਆਦਾ ਵੱਡੀਆਂ ਨਹੀਂ ਹੁੰਦੀਆਂ। ਇਹ ਇੱਕ ਰੈਸਟ੍ਰਿਕਸ਼ਨ ਉਹਨਾਂ ਦੀ ਵੈਬਸਾਈਟ 'ਤੇ ਮੈਂਸ਼ਨ ਹੈ ਕਿ ਜਦੋਂ ਵੀ ਜਿਹੜਾ ਵੀ G2 ਲਾਇਸੈਂਸ ਹੋਲਡਰ ਜਿਹਦੀ ਏਜ 19 ਸਾਲ ਜਾਂ ਉਸ ਤੋਂ ਘੱਟ ਆ, ਉਹ ਰਾਤ ਨੂੰ 12 ਵਜੇ ਤੋਂ ਸਵੇਰੇ 6 ਵਜੇ ਦੇ ਵਿੱਚ ਆਪਣੇ ਨਾਲ ਹਾਈਵੇ ਦੇ ਉੱਤੇ ਸਿਰਫ ਇੱਕ ਪਰਸਨ ਕੈਰੀ ਕਰ ਸਕਦਾ ਜਿਹਦੀ ਏਜ 19 ਸਾਲ ਜਾਂ ਉਸ ਤੋਂ ਘੱਟ ਆ। ਇਹ ਰੈਸਟ੍ਰਿਕਸ਼ਨ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਉਹ ਪਰਸਨ 19 ਸਾਲ ਜਾਂ ਉਸ ਤੋਂ ਘੱਟ ਹੈ ਜਾਂ ਉਸਦਾ G2 ਲਾਇਸੈਂਸ 6 ਮਹੀਨੇ ਜਾਂ ਉਸ ਤੋਂ ਘੱਟ ਪੁਰਾਣਾ। ਨੋਰਮਲੀ ਤੁਹਾਨੂੰ ਦੱਸਾਂ G2 ਲਾਇਸੈਂਸ ਹੋਲਡਰ ਨੇ ਉਹ G2 ਤੇ ਹੀ ਗੱਡੀ ਲੈ ਸਕਦੇ ਨੇ ਤੇ ਡਰਾਈਵ ਵੀ ਨਾਰਮਲ G ਵਾਂਗੂ ਹੀ ਹੁੰਦੀ ਹੈ, ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਹੁਣ ਗੱਲ ਕਰਦੇ ਹਾਂ ਜੀ G ਲਾਇਸੈਂਸ ਬਾਰੇ, ਯਾਨੀ ਕਿ ਇੱਕ ਫੁੱਲੀ ਕਾਰ ਲਾਇਸੈਂਸ ਬਾਰੇ। G ਲਾਇਸੈਂਸ ਦਾ ਟੈਸਟ ਵੀ G2 ਵਾਂਗੂ ਹੀ ਹੁੰਦਾ, ਬਸ ਇਹਦੇ 'ਚ ਇੱਕ ਚੀਜ਼ ਐਡ ਆਨ ਹੋ ਜਾਂਦੀ ਹੈ, ਕਿਉਂਕਿ ਇਹ ਫੁੱਲੀ ਲਾਇਸੈਂਸ ਆ ਤਾਂ ਤੁਹਾਡਾ ਟੈਸਟ ਹਾਈਵੇ 'ਤੇ ਵੀ ਹੁੰਦਾ। ਤੁਹਾਨੂੰ ਹਾਈਵੇ 'ਤੇ ਲੈ ਕੇ ਜਾਇਆ ਜਾਊਗਾ ਜਿੱਥੇ ਤੁਹਾਨੂੰ ਮਰਜ਼ ਕਰਕੇ ਦਿਖਾਉਣਾ ਪਊਗਾ, ਸਪੀਡ ਮੇਨਟੇਨ ਕਰਕੇ ਦਿਖਾਉਣੀ ਪਊ, ਜਿੱਦਾਂ ਦੇ ਵੀ ਟੈਸਟ ਹੁੰਦੇ ਨੇ ਰੋਡ ਤੇ ਉਹ ਤੁਹਾਨੂੰ ਸਾਰੇ ਕਰਕੇ ਦਿਖਾਉਣੇ ਪੈਣੇ ਹਾਈਵੇ ਵਾਲੇ। ਇੱਕ ਫੁੱਲੀ G ਲਾਇਸੈਂਸ ਦੀ ਰੋਡ ਟੈਸਟ ਫੀਸ ਹੁੰਦੀ ਹੈ $92 ਹੀ। ਇਹ ਹੁਣ ਇਹਦੇ ਲਈ ਐਕਸਪੀਰੀਅੰਸ ਕਿੰਨਾ ਚਾਹੀਦਾ ਆ। G1 ਤੋਂ ਬਾਅਦ G ਟੈਸਟ ਤੱਕ ਲਈ ਤੁਹਾਡੇ ਕੋਲ 2 ਸਾਲ ਦਾ ਇੰਡੀਅਨ ਜਾਂ ਕੈਨੇਡੀਅਨ ਐਕਸਪੀਰੀਅੰਸ ਹੋਣਾ ਚਾਹੀਦਾ। ਜੇ ਤਾਂ ਤੁਹਾਡੇ ਕੋਲ ਇੱਕ ਇੰਡੀਆ ਦਾ 2 ਸਾਲ ਦਾ ਐਕਸਪੀਰੀਅੰਸ ਹੈਗਾ, ਫਿਰ ਤਾਂ ਤੁਸੀਂ G1 ਤੋਂ ਬਾਅਦ G2 ਨੂੰ ਤੁਸੀਂ ਸਕਿਪ ਕਰ ਸਕਦੇ ਹੋ ਤੇ ਸਿੱਧਾ ਤੁਸੀਂ G ਟੈਸਟ ਦੇ ਸਕਦੇ ਹੋ ਜੇ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਆ। ਬਟ ਜੇ ਤੁਸੀਂ ਪਹਿਲੇ ਅਟੈਂਪਟ 'ਚ ਸਿੱਧਾ G ਟੈਸਟ ਦੇਣ ਵੇਲੇ ਤੁਸੀਂ ਫੇਲ ਹੋ ਜਾਂਦੇ ਹੋ ਤਾਂ ਨੈਕਸਟ ਟਾਈਮ ਤੁਹਾਨੂੰ G2 ਟੈਸਟ ਦੁਬਾਰਾ ਦੇਣਾ ਮੈਂਡੇਟਰੀ ਹੋ ਜਾਂਦਾ। ਹਾਲਾਂਕਿ ਤੁਹਾਨੂੰ ਵੇਟ ਕਰਨ ਦੀ ਫਿਰ ਵੀ ਕੋਈ ਲੋੜ ਨਹੀਂ, G2 ਟੈਸਟ ਦੁਬਾਰਾ ਦਿਓ ਤੇ ਫਿਰ ਸਿੱਧਾ G ਨਾਲ ਦੇ ਦਿਓ। ਤੁਹਾਡੇ ਕੋਲ ਸਿਰਫ 1 ਸਾਲ ਦਾ ਐਕਸਪੀਰੀਅੰਸ ਆ, ਸਟਿਲ 1 ਸਾਲ ਦਾ ਐਕਸਪੀਰੀਅੰਸ ਗੇਨ ਕਰਨਾ ਪੈਣਾ ਆ G ਟੈਸਟ ਦੇਣ ਤੱਕ ਲਈ। ਤਾਂ ਇੱਦਾਂ ਤੁਹਾਡਾ G ਲਾਇਸੈਂਸ ਯਾਨੀ ਕਿ ਫੁੱਲੀ ਕਾਰ ਡਰਾਈਵਿੰਗ ਲਾਇਸੈਂਸ ਬਣ ਜਾਂਦਾ ਕਿ ਤੁਸੀਂ G ਲਾਇਸੈਂਸ ਤੇ ਕਿਹੜੇ ਵਹੀਕਲ ਡਰਾਈਵ ਕਰ ਸਕਦੇ ਹੋ। ਤਾਂ ਓਨਟਾਰੀਓ ਦੇ ਵਿੱਚ ਤੁਸੀਂ G ਲਾਇਸੈਂਸ ਤੇ ਕਾਰ, ਵੈਨ ਜਾਂ ਫਿਰ ਛੋਟਾ ਟਰੱਕ, ਇਦਾਂ ਦੇ ਸਾਰੇ ਵਹੀਕਲ ਤੁਸੀਂ G ਲਾਇਸੈਂਸ ਤੇ ਡਰਾਈਵ ਕਰ ਸਕਦੇ ਹੋ। ਹੁਣ ਇੱਥੇ ਜੇ ਤੁਸੀਂ ਸਿਰਫ ਇੱਕ ਕਾਰ ਤੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ ਜਾਂ ਫਿਰ ਸਿਰਫ ਕਾਰ ਡਰਾਈਵ ਕਰਨਾ ਤੁਹਾਡੀ ਪ੍ਰਾਇੋਰਟੀ ਆ, ਤਾਂ ਫਿਰ G ਲਾਇਸੈਂਸ ਤੁਹਾਡੀ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਦੂਗਾ। ਬਟ ਜੇ ਤੁਸੀਂ ਇਸ ਤੋਂ ਅੱਗੇ ਜਾਣਾ ਚਾਹੁੰਦੇ ਹੋ, ਯਾਨੀ ਕਿ ਕੁਝ ਹੋਰ ਵਹੀਕਲ ਵੀ ਡਰਾਈਵ ਕਰਨਾ ਚਾਹੁੰਦੇ ਹੋ, ਉਸ ਤੋਂ ਅੱਗੇ ਆ ਜਾਂਦਾ ਜੀ GZ ਦਾ ਲਾਇਸੈਂਸ। GZ ਦਾ ਲਾਇਸੈਂਸ ਕੀ ਹੁੰਦਾ? GZ ਦਾ ਲਾਇਸੈਂਸ ਹੁੰਦਾ, ਇਸ ਦਾ ਮਤਲਬ ਹੁੰਦਾ 에ਅਰ ਬ੍ਰੇਕ ਟ੍ਰੇਨਿੰਗ। ਹੁਣ ਜਿੱਦਾਂ ਆਪਣੀ ਕਾਰਾਂ ਦੇ ਵਿੱਚ ਫਲੂਇਡ ਬ੍ਰੇਕਿੰਗ ਸਿਸਟਮ ਯੂਜ਼ ਹੁੰਦਾ ਆ, ਪਰ ਜਿਹੜੇ ਕਮਰਸ਼ੀਅਲ ਵਹੀਕਲ ਹੁੰਦੇ ਨੇ ਜਿਵੇਂ ਬੱਸਿਸ ਹੋ ਗਈਆਂ, ਟਰੱਕ ਹੋ ਗਏ ਜਾਂ ਇਦਾਂ ਦੇ ਕੋਈ ਵੀ ਵਹੀਕਲ ਹੋ ਗਏ, ਉਹਨਾਂ ਦੇ ਵਿੱਚ ਜਿਹੜਾ ਬ੍ਰੇਕਿੰਗ ਸਿਸਟਮ ਆ ਉਹਦੇ 'ਚ 에ਅਰ ਬ੍ਰੇਕਿੰਗ ਸਿਸਟਮ ਯੂਜ਼ ਹੁੰਦਾ ਹੈ। ਜਿਹੜੀ ਓਨਟਾਰੀਓ ਗਵਰਨਮੈਂਟ ਆ ਉਹ ਕਹਿੰਦੀ ਹੈ ਜੇ ਤੁਸੀਂ ਫਰਦਰ ਅੱਗੇ ਕਿਸੇ ਵੀ ਕਮਰਸ਼ੀਅਲ ਵਹੀਕਲ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੇ ਪਹਿਲਾਂ 에ਅਰ ਬ੍ਰੇਕਿੰਗ ਸਿਸਟਮ ਦੀ ਨੌਲੇਜ ਹੋਣੀ ਜ਼ਰੂਰੀ ਹੁੰਦੀ ਹੈ। ਤਾਂ ਇਹਦੀ ਟ੍ਰੇਨਿੰਗ ਲੈਣ ਲਈ ਤੁਸੀਂ ਕਿਸੇ ਵੀ ਆਥੋਰਾਈਜ਼ਡ ਸਕੂਲ ਨੂੰ ਸਰਚ ਕਰ ਸਕਦੇ ਹੋ, ਉੱਥੋਂ ਤੁਸੀਂ ਇਹਦੀ ਟ੍ਰੇਨਿੰਗ ਲੈ ਸਕਦੇ ਹੋ। ਇਹਦੀ ਟ੍ਰੇਨਿੰਗ ਬੇਸਿਕਲੀ 12 ਘੰਟੇ ਦੀ ਹੁੰਦੀ ਹੈ। ਜ਼ਿਆਦਾਤਰ ਸਕੂਲ ਤੁਹਾਨੂੰ ਟ੍ਰੇਨਿੰਗ 2 ਦਿਨਾਂ ਦੇ ਵਿੱਚ ਤੁਹਾਨੂੰ ਕੰਪਲੀਟ ਕਰਾ ਦਿੰਦੇ ਨੇ, ਯਾਨੀ ਕਿ 6 ਘੰਟੇ ਦੀਆਂ 2 ਕਲਾਸਾਂ। ਤਾਂ 2 ਦਿਨਾਂ 'ਚ ਤੁਹਾਡਾ ਲਾਇਸੈਂਸ ਬਣ ਜਾਂਦਾ, ਸੌਖਾ ਹੀ ਹੁੰਦਾ, ਕੋਈ ਇੰਨੀ ਟੈਨਸ਼ਨ ਲੈਣ ਵਾਲੀ ਗੱਲ ਨਹੀਂ। ਇਹਦੀ ਫੀਸ ਦੀ ਗੱਲ ਕਰਾਂ ਜੀ, ਇਹਦੀ ਫੀਸ ਹੈਗੀ ਆ $250। ਇਹਦੀ ਰਿਕੁਆਇਰਮੈਂਟ ਕੀ ਹੈ? ਇਹਦੀ ਰਿਕੁਆਇਰਮੈਂਟ ਤੁਸੀਂ ਇੱਕ G ਲਾਇਸੈਂਸ ਹੋਲਡਰ ਹੋਣੇ ਚਾਹੀਦੇ, ਯਾਨੀ ਕਿ ਇੱਕ ਫੁੱਲੀ ਕਾਰ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ। ਤੇ ਹੁਣ ਆ ਜਾਂਦੇ ਜੀ ਇਸ ਦੇ ਵਹੀਕਲ ਤੇ ਤੁਸੀਂ ਇਹ ਲਾਇਸੈਂਸ ਲੈਣ ਤੋਂ ਬਾਅਦ ਕਿਹੜੇ ਵਹੀਕਲ ਡਰਾਈਵ ਕਰ ਸਕਦੇ ਹੋ। ਤਾਂ GZ ਲਾਇਸੈਂਸ ਤੇ ਤੁਸੀਂ ਜਿਹੜੇ ਉਹ ਸਾਰੇ ਵਹੀਕਲ ਨੇ ਜਿੱਦਾਂ ਜਿਹੜੇ G ਤੇ ਤੁਸੀਂ ਕਵਰ ਕਰਦੇ ਹੋ, ਕਾਰ, ਵੈਨ ਜਾਂ ਸਮਾਲ ਟਰੱਕ, ਉਹ ਤਾਂ ਡਰਾਈਵ ਕਰ ਹੀ ਸਕਦੇ ਹੋ। ਇਹਦੇ ਨਾਲ ਇੱਕ ਹੋਰ ਵਹੀਕਲ ਐਡ ਹੋ ਜਾਂਦਾ ਜਿਹੜੇ ਸਟ੍ਰੇਟ ਟਰੱਕ ਹੁੰਦੇ ਨੇ, ਤੁਸੀਂ ਉਹ ਵੀ ਡਰਾਈਵ ਕਰ ਸਕਦੇ ਹੋ। ਪਰ ਇੱਕ ਗੱਲ ਇੱਥੇ ਮੈਂ ਹੋਰ ਦੱਸਣੀ ਚਾਹੁੰਦਾ, GZ ਲਾਇਸੈਂਸ ਦੇਣ ਤੋਂ ਬਾਅਦ ਆਪਣੇ ਕੋਲੇ 1 ਸਾਲ ਦੀ ਵੈਲਿਡਿਟੀ ਹੁੰਦੀ ਆ। 1 ਸਾਲ ਦੀ ਵੈਲਿਡਿਟੀ ਦਾ ਮਤਲਬ ਇਹ ਹੈ ਕਿ ਜਿਹੜਾ ਤੁਹਾਡਾ GZ ਲਾਇਸੈਂਸ ਆ, ਯਾਨੀ ਕਿ 에ਅਰ ਬ੍ਰੇਕ ਟ੍ਰੇਨਿੰਗ ਆ, ਉਹ ਅਗਲੇ 1 ਸਾਲ ਤੱਕ ਵੈਲਿਡ ਆ ਤੇ 1 ਸਾਲ ਦੇ ਵਿੱਚ ਤੁਹਾਨੂੰ DZ ਜਾਂ AZ ਇਦਾਂ ਦਾ ਕੋਈ ਵੀ ਟੈਸਟ ਦੇਣਾ ਪੈਣਾ ਆ। ਜੇ ਇਨ ਕੇਸ ਤੁਸੀਂ ਉਹ ਟੈਸਟ ਨਹੀਂ ਦਿੰਦੇ ਤਾਂ ਤੁਹਾਡੇ 1 ਸਾਲ ਬਾਅਦ 에ਅਰ ਬ੍ਰੇਕ ਟ੍ਰੇਨਿੰਗ ਐਕਸਪਾਇਰ ਹੋ ਜਾਂਦੀ ਹੈ ਤੇ ਤੁਹਾਨੂੰ ਫਿਰ ਕੁਝ ਡਾਲਰ ਭਰ ਕੇ ਕੰਪਿਊਟਰਾਈਜ਼ਡ ਟੈਸਟ ਦੁਬਾਰਾ ਦੇਣਾ ਪੈਣਾ।
ਤਾਂ ਜੀ ਹੁਣ ਇੱਥੇ ਤੱਕ ਤਾਂ ਹੋ ਗਏ ਸਾਰੇ ਕੰਪਲਸਰੀ ਸਟੈਪਸ, ਯਾਨੀ ਕਿ ਤੁਹਾਨੂੰ ਇਹ ਸਾਰੇ ਸਟੈਪਸ ਨੂੰ ਫੋਲੋ ਕਰਨਾ ਹੀ ਪੈਣਾ ਪੈਟਰਨ ਦੇ ਵਿੱਚ। G1 G2 G ਇਹ ਤਾਂ ਕੰਪਲਸਰੀ ਨੇ ਇੱਕ ਕਾਰ ਦੇ ਲਾਇਸੈਂਸ ਲਈ। ਉਹ ਤੋਂ ਅਗਲਾ ਸਟੈਪ ਹੁੰਦਾ GZ ਯਾਨੀ ਕਿ 에ਅਰ ਬ੍ਰੇਕ ਟ੍ਰੇਨਿੰਗ, ਇਹ ਵੀ ਕੰਪਲਸਰੀ ਆ ਅੱਗੇ ਜਾਣ ਲਈ। ਇਸ ਤੋਂ ਅੱਗੇ ਨਾ ਜਿਹੜੇ 2 ਸਟੈਪ ਨੇ ਉਹ ਆਪਸ਼ਨਲ ਨੇ, ਤੁਸੀਂ ਕਿਸੇ ਵੱਲ ਵੀ ਜਾ ਸਕਦੇ ਹੋ, DZ ਵੱਲ ਵੀ ਜਾ ਸਕਦੇ ਹੋ, AZ ਵੱਲ ਵੀ ਜਾ ਸਕਦੇ ਹੋ। ਇਹ ਦੋਨੇ ਟਰੱਕ ਦੇ ਲਾਇਸੈਂਸ ਨੇ, ਪਰ ਇਹਨਾਂ ਦੇ ਵਿੱਚ ਇਹ ਦੋਨੇ ਡਿਫਰੈਂਟ ਟਾਈਪ ਦੇ ਟਰੱਕ ਕਵਰ ਕਰਦੇ ਨੇ। ਤੁਸੀਂ ਕੋਈ ਵੀ ਇੱਕ ਦੇ ਸਕਦੇ ਹੋ, ਤੁਹਾਡੀ ਚੋਇਸ ਹੈ। ਤਾਂ ਇਹਦੇ ਲਈ ਸਭ ਤੋਂ ਪਹਿਲਾਂ ਅਗਲਾ ਸਟੈਪ ਹੁੰਦਾ ਜੀ ਆਪਣਾ ਨੌਲੇਜ ਟੈਸਟ। ਇਹਨੂੰ A ਨੌਲੇਜ ਟੈਸਟ ਕਿਹਾ ਜਾਂਦਾ ਆ। ਇਹ ਨੌਲੇਜ ਟੈਸਟ ਬਿਲਕੁਲ ਸੇਮ ਹੁੰਦਾ G1 ਦੇ ਟੈਸਟ ਵਾਂਗੂ, ਯਾਨੀ ਕਿ ਜਿਵੇਂ ਕਾਰ ਚਲਾਉਣ ਤੋਂ ਪਹਿਲਾਂ ਆਪਣੇ ਕੋਲੇ ontario ਦੇ ਰੂਲ ਪਤਾ ਹੋਣੇ ਚਾਹੀਦੇ ਨੇ ਕਾਰ ਚਲਾਉਣ ਲਈ ਸਭ ਤੋਂ ਪਹਿਲਾਂ, ਉੱਦਾਂ ਹੀ ਟਰੱਕਿੰਗ ਨੂੰ ਸਿੱਖਣ ਤੋਂ ਪਹਿਲਾਂ ਟਰੱਕਿੰਗ ਦੇ ਰੂਲ ਪਤਾ ਹੋਣੇ ਚਾਹੀਦੇ ਨੇ ontario ਦੇ ਵਿੱਚ। ਜੇ ਤੁਸੀਂ ਇਨ ਕੇਸ ਇਹਦੇ 'ਚ ਪਾਸ ਨਹੀਂ ਵੀ ਹੁੰਦੇ ਤਾਂ ਤੁਹਾਡੇ $22 ਜਾਂ $23 ਫੀਸ ਦੁਬਾਰਾ ਭਰੀ ਜਾਂਦੇ ਤੇ ਤੁਸੀਂ ਟੈਸਟ ਦੁਬਾਰਾ ਦੇ ਸਕਦੇ ਹੋ। ਜੇ ਤੁਹਾਨੂੰ G1 ਜਾਂ ਫਿਰ A ਨੌਲੇਜ ਟੈਸਟ ਜੋ ਦੋਨਾਂ ਦੇ ਕਾਰ ਦੇ ਜਾਂ ਟਰੱਕ ਦੇ ਜੋ ਸਵਾਲ ਆਉਂਦੇ ਨੇ ਉਹਨਾਂ ਦੇ ਬਾਰੇ ਕਿਸੇ ਬਾਰੇ ਵੀ ਜਾਣਕਾਰੀ ਚਾਹੀਦੀ ਹੈ ਜਾਂ ਤੁਹਾਨੂੰ ਉਹਨਾਂ ਦੀ PDF ਚਾਹੀਦੀ ਹੈ ਪੰਜਾਬੀ ਦੇ ਵਿੱਚ, ਤੁਸੀਂ ਮੈਨੂੰ ਆਪਣੀ ਈਮੇਲ ਨੀਚੇ ਕਮੈਂਟ ਦੇ ਵਿੱਚ ਡਰੋਪ ਕਰ ਸਕਦੇ ਹੋ ਜਾਂ ਫਿਰ ਇੰਸਟਾ ਤੇ ਮੈਨੂੰ ਆਪਣੀ ਈਮੇਲ ਸੈਂਡ ਕਰ ਸਕਦੇ ਹੋ। ਮੈਂ ਤੁਹਾਨੂੰ ਉਹ ਸਾਰੀਆਂ PDF ਭੇਜ ਦੂੰਗਾ ਉੱਥੇ, ਭਾਵੇਂ ਉਹ ਟਰੱਕਿੰਗ ਦੀ ਆ ਭਾਵੇਂ ਉਹ ਕਾਰ ਦੀ ਆ। ਇਹ ਨੌਲੇਜ ਟੈਸਟ ਦੀ ਫੀਸ ਹੈਗੀ ਜੀ ਲਗਭਗ $123। ਇਹਦੇ ਵਿੱਚ ਵੀ ਸੇਮ G1 ਵਾਂਗੂ ਤੁਹਾਡਾ ਨੌਲੇਜ ਟੈਸਟ ਯਾਨੀ ਕਿ ਕੰਪਿਊਟਰਾਈਜ਼ਡ ਟੈਸਟ ਦੀ ਫੀਸ ਵੀ ਇਨਕਲੂਡ ਹੁੰਦੀ ਹੈ ਤੇ ਤੁਹਾਡਾ ਇੱਕ ਰੋਡ ਟੈਸਟ ਦੀ ਫੀਸ ਵੀ ਇਹਦੇ 'ਚ ਇਨਕਲੂਡ ਹੁੰਦੀ ਹੈ। ਤਾਂ ਆਪਣਾ ਇਹ ਨੌਲੇਜ ਟੈਸਟ ਦੇਣ ਤੋਂ ਬਾਅਦ ਅਗਲਾ ਸਟੈਪ ਕੀ ਹੈ ਜੀ? ਅਗਲਾ ਸਟੈਪ ਹੁੰਦਾ ਆਪਾਂ ਨੂੰ ਮੈਡੀਕਲ ਕਰਵਾਉਣਾ ਪੈਂਦਾ ਆ। ਤਾਂ ਤੁਸੀਂ ਕਿਸੇ ਵੀ ਨੇੜੇ ਤੇੜੇ ਆਥੋਰਾਈਜ਼ਡ ਡਾਕਟਰ ਤੋਂ ਆਪਣਾ ਮੈਡੀਕਲ ਕਰਵਾਓਗੇ। ਇਸ ਤੋਂ ਅਗਲਾ ਸਟੈਪ ਹੈਗਾ, ਹੁਣ ਤੁਸੀਂ ਸਪੋਜ਼ ਕਰੋ ਕਿ ਤੁਸੀਂ AZ ਦਾ ਟੈਸਟ ਦੇਣਾ, ਤਾਂ ਤੁਸੀਂ ਇੱਕ ਸਕੂਲ ਲੱਭੋਗੇ। ਇੱਥੇ ontario ਦੇ ਵਿੱਚ ਬਹੁਤ ਸਾਰੇ ਸਕੂਲ ਹੁੰਦੇ ਨੇ ਜੋ ਤੁਹਾਨੂੰ ਟ੍ਰੇਨਿੰਗ ਦੇ ਸਕਦੇ ਨੇ। ਕਾਰ ਦੇ ਲਾਇਸੈਂਸ ਲਈ ਤੁਸੀਂ ਬਿਨਾਂ ਟ੍ਰੇਨਿੰਗ ਤੋਂ ਵੀ ਟੈਸਟ ਦੇ ਸਕਦੇ ਹੋ, ਪਾਸ ਹੋ ਸਕਦੇ ਹੋ, ਪਰ ਇਹਦੇ ਲਈ ਤੁਹਾਨੂੰ ਟ੍ਰੇਨਿੰਗ ਲੈਣੀ ਕੰਪਲਸਰੀ ਆ। ਤੁਹਾਨੂੰ ਉੱਥੇ ਜਾਣਾ, ਉੱਥੇ ਜਿੰਨੇ ਘੰਟੇ ਦੀ ਟ੍ਰੇਨਿੰਗ ਹੁੰਦੀ ਆ ਉਹ ਪੂਰੀ ਕਰਨੀ ਜ਼ਰੂਰੀ ਹੈ, ਤਾਂ ਹੀ ਤੁਸੀਂ ਉਹ ਟੈਸਟ ਬੁੱਕ ਕਰ ਸਕਦੇ ਹੋਗੇ। ਤਾਂ ਤੁਸੀਂ ਸਪੋਜ਼ DZ ਦਾ ਟੈਸਟ ਦੇਣਾ ਆ, ਤਾਂ DZ ਦੀ ਇੱਕ ਟ੍ਰੇਨਿੰਗ ਹੁੰਦੀ ਹੈ, ਇਹ ਹੁੰਦੀ ਆ ਜਿਵੇਂ G2 ਵਾਂਗੂ ਤੁਹਾਨੂੰ ਜਾਂ G ਲਾਇਸੈਂਸ ਵਾਂਗੂ ਤੁਹਾਨੂੰ ਆਪਣਾ ਟਰੱਕ ਲੈ ਕੇ ਜਾ ਕੇ ਉੱਥੇ ਡਰਾਈਵ ਕਰਕੇ ਦਿਖਾਉਣਾ ਪੈਣਾ ਹੈ। ਤਾਂ ਤੁਸੀਂ ਜਦੋਂ ਤੁਸੀਂ ਸਕੂਲ ਲੱਭ ਲਿਆ, ਤੁਸੀਂ ਕੋਈ ਵੀ ਸਕੂਲ ਜੁਆਇਨ ਕਰ ਲਿਆ, DZ ਤੇ ਨੀਅਰ ਅਬਾਊਟ 15 ਦਿਨਾਂ 'ਚ ਤੁਹਾਡੇ ਪੂਰੇ ਕਰਾਉਂਦੇ ਨੇ। ਹੋ ਸਕਦਾ ਥੋੜ੍ਹੇ ਬਹੁਤ ਵੱਧ ਦਿਨ ਲੱਗ ਜਾਣ ਜਾਂ ਥੋੜ੍ਹੇ ਬਹੁਤ ਘੱਟ ਲੱਗ ਜਾਣ। ਇਹਦੇ 'ਚ ਜਿਹੜੀ ਤੁਹਾਡੇ ਸਕੂਲ ਦੀ ਫੀਸ ਹੁੰਦੀ ਆ ਉਹ ontario 'ਚ ਲਗਭਗ ਸਾਰੇ ਸਕੂਲਾਂ ਦੀ ਫੀਸ $1500 ਆ। ਹੁਣ ਇਸ ਤੋਂ ਪਹਿਲਾਂ ਜਿਹੜੀ ਫੀਸਾਂ ਸੀਗੀਆਂ ਸਾਰੀਆਂ G ਲਾਇਸੈਂਸ ਤੱਕ ਦੀਆਂ, ਕਾਰ ਦੇ ਲਾਇਸੈਂਸ ਤੱਕ ਦੀਆਂ, ਉਹ ਤਾਂ ਆਪਾਂ ਸਿੱਧੀ ਗਵਰਨਮੈਂਟ ਨੂੰ ਪੇ ਕਰਦੇ ਹਾਂ ਔਨਲਾਈਨ ਜਾ ਕੇ, ਯਾਨੀ ਕਿ ਉਹ ਤਾਂ ਸਾਰੀਆਂ ਫਿਕਸਡ ਨੇ। ਪਰ ਇਹ ਤੋਂ ਬਾਅਦ ਜਿਹੜੀ ਆਪਾਂ GZ ਤੋਂ DZ AZ ਇਹ ਸਾਰੇ ਲਾਇਸੈਂਸਾਂ ਦੀ ਫੀਸ ਹੋਗੀ, ਇਹ ਥੋੜ੍ਹੀ ਬਹੁਤ ਅਪ ਡਾਊਨ ਹੋ ਸਕਦੀ ਹੈ ਕਿਉਂਕਿ ਇਹ ਸਾਰੀ ਫੀਸਾਂ ਪ੍ਰਾਈਵੇਟ ਸਕੂਲਾਂ ਦੀਆਂ ਨੇ ਤੇ ਹਰ ਪ੍ਰਾਈਵੇਟ ਸਕੂਲ ਦੀ ਫੀਸ ਅਲੱਗ-ਅਲੱਗ ਹੁੰਦੀ ਆ। ਤਾਂ ਜ਼ਿਆਦਾਤਰ ਲਗਭਗ ਸਕੂਲਾਂ 'ਚ ਫੀਸ ਇਹਦੇ ਨੇੜੇ ਤੇੜੇ ਹੀ ਹੋਣੀਆਂ ਜਿੰਨੀ ਮੈਂ ਤੁਹਾਨੂੰ ਦੱਸ ਰਿਹਾ। ਤਾਂ ਇਹਦੇ ਵਿੱਚ ਜਿਹੜਾ ਤੁਹਾਨੂੰ ਟਰੱਕ ਲੈ ਕੇ ਜਾਣਾ ਹੁੰਦਾ ਉਹ ਤੁਹਾਡਾ ਸਕੂਲ ਹੀ ਦਿੰਦਾ, ਤੁਹਾਡਾ ਸਕੂਲ ਜਿੱਥੋਂ ਤੁਸੀਂ ਟ੍ਰੇਨਿੰਗ ਲੈ ਰਹੇ ਹੋ ਤੁਹਾਨੂੰ ਪ੍ਰੋਵਾਈਡ ਕਰਾਉਂਦਾ ਟੈਸਟ ਦਿਵਾਉਣ ਲਈ। ਤਾਂ ਜੀ ਹੁਣ ਗੱਲ ਕਰੀਏ ਤਾਂ ਆਪਾਂ DZ ਲਾਇਸੈਂਸ ਦੇ ਉੱਤੇ ਤੁਸੀਂ ਕਿਹੜੇ-ਕਿਹੜੇ ਵਹੀਕਲ ਡਰਾਈਵ ਕਰ ਸਕਦੇ ਹੋ। ਤਾਂ ਇਹਦੇ ਵਿੱਚ ਜੀ ਫਾਇਰ ਟਰੱਕ, ਡੰਪ ਟਰੱਕ, ਸਟ੍ਰੇਟ ਟਰੱਕ, ਗਾਰਬੇਜ ਟਰੱਕ ਤੇ ਰੈਸਕਿਊ ਟਰੱਕ, ਇਹ ਸਾਰੇ ਟਰੱਕ ਤੁਸੀਂ DZ ਤੇ ਡਰਾਈਵ ਕਰ ਸਕਦੇ ਹੋ। ਤਾਂ ਹੁਣ ਇਸ ਤੋਂ ਅੱਗੇ ਗੱਲ ਕਰਦੇ ਜੀ AZ ਲਾਇਸੈਂਸ ਬਾਰੇ। AZ ਲਾਇਸੈਂਸ ਇਹ ਵੀ ਇੱਕ DZ ਲਾਇਸੈਂਸ ਵਾਂਗੂ ਹੀ ਹੁੰਦਾ। ਇਹਦੇ ਲਈ ਵੀ ਤੁਹਾਨੂੰ ਸੇਮ ਕੋਈ ਸਕੂਲ ਲੱਭਣਾ ਪੈਣਾ। ਮੋਸਟਲੀ ontario ਦੇ ਵਿੱਚ ਜਿਵੇਂ ਸਕੂਲ ਜਿਹੜਾ AZ ਦੀ ਟ੍ਰੇਨਿੰਗ ਦਿੰਦਾ ਉਹ DZ ਦੀ ਵੀ ਟ੍ਰੇਨਿੰਗ ਵੀ ਸੇਮ ਸਕੂਲ ਤੋਂ ਤੁਹਾਨੂੰ ਮਿਲ ਜੂਗੀ। ਮੈਂ ਤੁਹਾਨੂੰ ਬਾਅਦ ਵਿੱਚ ਇਹ ਵੀ ਦੱਸੂਗਾ ਕਿ ਆਪਣੇ ਲੋਕ ਜਿਹੜੇ ਉਹ AZ ਲਾਇਸੈਂਸ ਵੱਲ ਕਿਉਂ ਜਾਂਦੇ ਨੇ, ਇਹਦੇ 'ਚ ਕੀ ਬੈਨੀਫਿਟ ਹੁੰਦਾ ਜ਼ਿਆਦਾ। ਤਾਂ ਇਹਦੇ ਲਈ ਵੀ ਤੁਹਾਨੂੰ ਇੱਕ ਆਥੋਰਾਈਜ਼ਡ ਸਕੂਲ ਲੱਭਣਾ ਪੈਣਾ ਆ, ਉੱਥੋਂ ਟ੍ਰੇਨਿੰਗ ਲੈਣੀ ਪੈਣੀ ਆ ਜਿੱਥੇ ਤੁਹਾਨੂੰ ਸਭ ਕੁਝ ਸਿਖਾਇਆ ਜਾਊਗਾ। ਹੁਣ ਜਿਹੜੀ ਇਹਦੀ ਟ੍ਰੇਨਿੰਗ ਆ ਉਹ ਕਿੰਨੇ ਟਾਈਮ ਦੀ ਹੋਣੀ ਚਾਹੀਦੀ ਆ? ਹੁਣ ਮਿਨੀਮਮ 103.5 ਘੰਟੇ ਦੀ ਟ੍ਰੇਨਿੰਗ ਜ਼ਰੂਰੀ ਹੋਣੀ ਚਾਹੀਦੀ ਆ ਇੱਕ AZ ਲਾਇਸੈਂਸ ਹੋਲਡਰ ਲਈ। ਅਤੇ ਇਹ ਥੋੜ੍ਹਾ ਜਿਹਾ ਇਹਨੂੰ ਆਪਾਂ ਡਿਫੀਕਲਟ ਕਹਿ ਸਕਦੇ ਹਾਂ ਦੂਜੇ ਲਾਇਸੈਂਸ ਨਾਲ। ਜਿਹੜੇ ਇਹਦੇ 103.5 ਘੰਟੇ ਨੇ ਇਹ ਲਗਭਗ 45 ਦਿਨਾਂ ਦੇ ਵਿੱਚ ਪੂਰੇ ਹੋ ਜਾਂਦੇ ਨੇ। ਕਿਸੇ ਨੂੰ ਹੋ ਸਕਦਾ ਥੋੜ੍ਹੇ ਜਿਹੇ ਪਹਿਲਾਂ ਪੂਰੇ ਹੋ ਜਾਣ, ਕਿਸੇ ਦੇ ਥੋੜ੍ਹੇ ਜਿਹੇ ਵੱਧ ਟਾਈਮ ਵੀ ਲੱਗ ਸਕਦਾ, ਪਰ ਅੰਦਾਜ਼ਾ 45 ਦਿਨਾਂ ਦੇ ਵਿੱਚ ਤੁਹਾਡੇ ਇਹ ਸਾਰੇ ਘੰਟੇ ਕਵਰ ਹੋ ਜਾਂਦੇ ਨੇ। ਤਾਂ ਇਹ ਸਾਰੇ 45 ਦਿਨਾਂ ਦੇ ਵਿੱਚ ਤੁਹਾਨੂੰ ਉਹ ਸਭ ਕੁਝ ਸਿਖਾਇਆ ਜਾਂਦਾ, ਯਾਨੀ ਕਿ ਰੋਡ ਟੈਸਟ, ਬੈਕ ਕਰਨੀ, ਕਪਲਿੰਗ, ਅਨਕਪਲਿੰਗ ਤੇ ਇੰਸਪੈਕਸ਼ਨ, ਜਿਹੜੇ ਵੀ ਜ਼ਰੂਰੀ ਟੈਸਟ ਜੋ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਤੁਹਾਨੂੰ ਕਲਾਸ 'ਚ ਸਿਖਾਈਆਂ ਜਾਣਗੀਆਂ। ਤਾਂ ਹੁਣ ਇਹਦੀ ਫੀਸ ਦੀ ਗੱਲ ਕਰੀਏ ਜੀ, ਤਾਂ ਮੋਸਟਲੀ ontario ਦੇ ਵਿੱਚ 4500 ਤੋਂ 5000 ਦੇ ਵਿੱਚ ਇਹਦੇ ਲਗਭਗ ਫੀਸ ਹੁੰਦੀ ਹੈ ਜ਼ਿਆਦਾਤਰ ਸਕੂਲਾਂ ਦੇ। ਤਾਂ ਹੁਣ ਇੱਥੇ ਮੈਂ ਤੁਹਾਡੇ ਨਾਲ 2 ਤਰ੍ਹਾਂ ਦੇ ਸਕੂਲਾਂ ਦੀ ਗੱਲ ਕਰਨੀ ਚਾਹੁੰਦਾ ਜੀ। ਇੱਕ ਤਰ੍ਹਾਂ ਦੇ ਸਕੂਲ ਹੋਵੇ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਤੋਂ ਫੀਸ ਭਰਾ ਲੈਣਗੇ, ਉਹ ਤੁਹਾਡੇ ਫੀਸ ਭਰਾ ਕੇ ਤੁਹਾਨੂੰ ਇੱਕ ਲਿਮਿਟਡ ਟਾਈਮ ਦੇ ਦੇਣਗੇ, ਯਾਨੀ ਕਿ ਇੱਕ ਟਾਈਮ ਪੀਰੀਅਡ ਕਿ ਤੁਸੀਂ 2 ਵਾਰ ਟੈਸਟ ਕਲੀਅਰ ਕਰੋਗੇ ਜਾਂ 3 ਵਾਰ ਕਲੀਅਰ ਕਰੋਗੇ, ਅਸੀਂ ਉਹੀ ਕਵਰ ਕਰਾਂਗੇ। ਯਾਨੀ ਕਿ ਉਹ ਤੁਹਾਨੂੰ 2 ਜਾਂ 3 ਵਾਰ ਜੇ ਤੁਹਾਨੂੰ ਟੈਸਟ ਦਿਵਾਉਣਗੇ, ਜੇ ਤੁਸੀਂ ਉਹ ਤੋਂ ਵੱਧ ਵਾਰ ਫੇਲ ਹੁੰਦੇ ਹੋ ਤਾਂ ਉਹ ਫਿਰ ਤੁਹਾਡੇ ਤੋਂ ਐਕਸਟਰਾ ਪੈਸੇ ਲੈਣਗੇ, ਯਾਨੀ ਕਿ $800 ਤੋਂ $1000 ਦੇ ਨੀਅਰ ਅਬਾਊਟ ਤੁਹਾਡੇ ਤੋਂ ਲੈਣਗੇ ਪਰ ਟੈਸਟ ਦੇ।
ਤੇ ਦੂਜੇ ਤਰ੍ਹਾਂ ਦਾ ਸਕੂਲ ਇਹ ਹੁੰਦਾ ਜੀ, ਉਹ ਉਹਨਾਂ ਦੇ ਸਕੂਲ ਵਿੱਚ ਉਹ ਤੁਹਾਡੇ ਤੋਂ ਇੱਕ ਵਾਰ ਫੀਸ ਭਰਾ ਲੈਂਦੇ ਨੇ, ਪਰ ਉਹਨਾਂ ਦੀ ਜੋ ਟ੍ਰੇਨਿੰਗ ਹੁੰਦੀ ਆ ਉਹ ਅਨਲਿਮਿਟਿਡ ਹੁੰਦੀ ਹੈ। ਯਾਨੀ ਕਿ ਜਦੋਂ ਤੱਕ ਤੁਹਾਡਾ ਟੈਸਟ ਕਲੀਅਰ ਨਹੀਂ ਹੁੰਦਾ ਉਹ ਤੁਸੀਂ ਉਹਨਾਂ ਤੋਂ ਫ੍ਰੀ ਆਫ ਕੋਸਟ ਟ੍ਰੇਨਿੰਗ ਲੈ ਸਕਦੇ ਹੋ। ਉਹ ਤੁਹਾਡਾ ਟੈਸਟ ਬੁੱਕ ਕਰਨਗੇ, ਤੁਹਾਨੂੰ ਆਪਣਾ ਟਰੱਕ ਲੈ ਕੇ ਜਾਣ ਦੇਣਗੇ, ਯਾਨੀ ਉਹਨਾਂ ਦੀ ਜ਼ਿੰਮੇਵਾਰੀ ਤੁਹਾਨੂੰ ਟੈਸਟ ਕਲੀਅਰ ਕਰਾਉਣ ਤੱਕ ਦੀ ਹੁੰਦੀ ਆ। ਤਾਂ ਇੱਥੇ ਇੱਕ ਹੋਰ ਚੰਗੀ ਗੱਲ ਹੁੰਦੀ ਆ ਬਹੁਤ ਸਾਰੇ ਸਕੂਲਾਂ ਦੀ, ਕਿ ਜਿਹੜੀ ਉਹ ਫੀਸ ਭਰਨੀ ਹੁੰਦੀ ਆ ਨਾ, ਜੇ ਜ਼ਰੂਰੀ ਨਹੀਂ ਕਿ ਉਹ ਇੰਨੀ ਫੀਸ ਹਰ ਇੱਕ ਬੰਦਾ ਇਮੀਡੀਏਟਲੀ ਪੇ ਕਰ ਸਕਦਾ, ਹਰ ਇੱਕ ਬੰਦਾ ਇੱਕੋ ਦਮ ਅਫੋਰਡ ਕਰ ਸਕਦਾ ਇੰਨੀ ਫੀਸ। ਤਾਂ ਬਹੁਤ ਸਾਰੇ ਸਕੂਲ ਤੁਹਾਨੂੰ ਇੱਦਾਂ ਦਾ ਆਫਰ ਦੇ ਦਿੰਦੇ ਨੇ ਕਿ ਜਦੋਂ ਤੱਕ ਤੁਸੀਂ ਟੈਸਟ ਬੁੱਕ ਕਰਦੇ ਹੋ, ਤੁਸੀਂ ਤੁਹਾਡਾ ਟੈਸਟ ਹੁੰਦਾ ਉਹ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਸਾਰੀ ਫੀਸ ਦੇਣੀ ਹੁੰਦੀ ਹੈ। ਯਾਨੀ ਕਿ ਆਪਾਂ ਥੋੜ੍ਹੀ ਜਿਹੀ ਫੀਸ ਭਰ ਕੇ ਆਪਾਂ ਐਡਮਿਸ਼ਨ ਕਰਾ ਲੈਂਦੇ ਹਾਂ, ਆਪਣੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ ਅਤੇ ਆਪਾਂ ਥੋੜ੍ਹੇ ਕਰਕੇ ਉਹਨਾਂ ਨੂੰ ਪੈਸੇ ਦਿੰਦੇ ਰਹਿੰਦੇ ਹਾਂ। ਤਾਂ ਆਪਣੇ ਟੈਸਟ ਬੁੱਕ ਹੋਣ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਸਾਰੇ ਪੇਮੈਂਟ ਬਾਏ ਇੰਸਟਾਲਮੈਂਟ ਉਹਨਾਂ ਨੂੰ ਪੂਰੀ ਕਰ ਦਿੰਦੇ ਹਾਂ। ਤਾਂ ਹੁਣ ਗੱਲ ਕਰਦੇ ਹਾਂ ਜੀ, ਇੱਕ AZ ਲਾਇਸੈਂਸ ਹੋਲਡਰ ਕਿਹੜੇ ਵਹੀਕਲ ਡਰਾਈਵ ਕਰ ਸਕਦਾ ਹੈ। ਤਾਂ ਇੱਕ AZ ਲਾਇਸੈਂਸ ਹੋਲਡਰ ਕੋਈ ਵੀ ਟਰੱਕ ਤੇ ਟ੍ਰੇਲਰ ਦਾ ਕੰਬੀਨੇਸ਼ਨ ਨੂੰ ਡਰਾਈਵ ਕਰ ਸਕਦਾ ਹੈ। ਕੋਈ ਵੀ ਵਹੀਕਲ ਜਿਹੜਾ ਕਿ 2 ਟ੍ਰੇਲਰਾਂ ਨੂੰ ਪੁੱਲ ਕਰ ਰਿਹਾ, ਕੋਈ ਵੀ ਉਹ ਤਰ੍ਹਾਂ ਦਾ ਵਹੀਕਲ ਜਿਹੜਾ ਕਿ G ਲਾਇਸੈਂਸ ਕਵਰ ਕਰਦਾ, ਕੋਈ ਵੀ ਉਹ ਤਰ੍ਹਾਂ ਦਾ ਵਹੀਕਲ ਜਿਹੜਾ ਕਿ D ਕਲਾਸ ਲਾਇਸੈਂਸ ਕਵਰ ਕਰਦਾ ਆ। ਇੱਥੇ ਮੈਂ ਤੁਹਾਨੂੰ ਦੱਸਦਾ ਮੋਸਟਲੀ ਆਪਣੇ ਲੋਕ ਜੋ AZ ਵੱਲ ਕਿਉਂ ਜਾਂਦੇ ਨੇ, ਉਹਨਾਂ ਦਾ ਰੀਜ਼ਨ ਇਹ ਹੈ, AZ ਭਾਵੇਂ ਥੋੜਾ ਐਕਸਪੈਂਸਿਵ ਆ, ਪਰ ਇੱਕ AZ ਲਾਇਸੈਂਸ ਹੋਲਡਰ DZ ਵਾਲੇ ਸਾਰੇ ਵਹੀਕਲ ਚਲਾ ਸਕਦਾ। ਯਾਨੀ ਕਿ ਡੰਪ ਟਰੱਕ, ਫਾਇਰ ਟਰੱਕ, ਇਦਾਂ ਦੇ ਸਾਰੇ ਜਿਹੜੇ ਵੀ ਵਹੀਕਲ ਉਹਦੇ ਸੀਗੇ ਉਹ ਸਾਰੇ ਉਹ AZ ਵਾਲਾ ਚਲਾ ਸਕਦਾ ਆ, ਪਰ DZ ਵਾਲਾ AZ ਵਾਲਾ ਕੋਈ ਵੀ ਵਹੀਕਲ ਨਹੀਂ ਚਲਾ ਸਕਦਾ ਆ। ਤਾਂ ਇਹ ਹੁੰਦਾ ਜੀ AZ ਲਾਇਸੈਂਸ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਟਰੱਕ ਦਾ ਲਾਇਸੈਂਸ ਕਿਉਂ ਲਿਆ। ਜਦੋਂ ਮੈਂ ਕਲਾਸ ਜਾਂਦਾ ਹੁੰਦਾ ਸੀ ਤਾਂ 90% ਪੀਪਲ ਉਹ ਸੀਗੇ ਜਿਹੜੇ ਕਿ ਲਾਇਸੈਂਸ ਬਣਵਾਉਂਦੇ ਸਾਰ ਜਾਂ ਤਾਂ ਉਹ ਟਰੱਕਿੰਗ ਦੀ ਜੌਬ ਲੱਭ ਰਹੇ ਹੁੰਦੇ ਸੀ, ਜਾਂ ਉਹਨਾਂ ਦਾ ਪਲਾਨ ਹੁੰਦਾ ਸੀ ਕਿ ਟਰੱਕਿੰਗ ਦਾ ਲਾਇਸੈਂਸ ਲੈਂਦੇ ਸਾਰ ਆਪਾਂ ਟਰੱਕਿੰਗ 'ਚ ਚਲੇ ਜਾਣਾ। ਯਾਨੀ ਕਿ ਉਹਨਾਂ ਦਾ ਕੋਈ ਨਾ ਕੋਈ ਫਿਊਚਰ ਪਲਾਨ ਟਰੱਕਿੰਗ ਨਾਲ ਰਿਲੇਟਡ ਹੁੰਦਾ ਸੀਗਾ, ਤਾਂ ਹੀ ਉਹ ਲਾਇਸੈਂਸ ਅਪਲਾਈ ਕਰ ਰਹੇ ਹੁੰਦੇ ਸੀ। ਤਾਂ ਮੈਨੂੰ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੂੰ ਕਰਨੀ ਨਹੀਂ ਚਾਹੁੰਦਾ ਜੋਬ, ਜਾਂ ਫਿਰ ਤੂੰ ਜੋਬ ਲਈ ਹਲੇ ਪਲੈਨਿੰਗ ਕੀਤੀ ਨਹੀਂ ਟਰੱਕਿੰਗ 'ਚ ਜਾਣ ਲਈ, ਤਾਂ ਤੂੰ ਇੰਨਾ ਪੈਸਾ ਕਿਉਂ ਲਾਇਆ, ਜਾਂ ਫਿਰ ਉਹ ਲਾਇਸੈਂਸ 'ਤੇ ਇੰਨਾ ਟਾਈਮ ਕਿਉਂ ਖਰਾਬ ਕੀਤਾ, ਤੂੰ ਕਿਉਂ ਲਿੱਤਾ ਉਹ ਲਾਇਸੈਂਸ। ਸਪੋਜ਼ ਕਿ ਮੈਨੂੰ ਜੇ ਫਿਊਚਰ ਚੱਲ ਕੇ ਕਦੇ ਲੋੜ ਪੈਂਦੀ ਹੈ ਕੰਮ ਦੀ, ਜਾਂ ਮੈਂ ਕੋਈ ਕੰਮ ਲੱਭ ਰਿਹਾ, ਤਾਂ ਇਮੀਡੀਏਟਲੀ ਮੇਰੇ ਕੋਲ ਇੰਨਾ ਟਾਈਮ ਤਾਂ ਹੋਣਾ ਨਹੀਂ ਨਾ ਕਿ ਮੈਂ 45 ਦਿਨ ਲਾ ਕੇ ਜਾਂ $4500 ਉਸ ਟਾਈਮ 'ਤੇ ਲਾ ਕੇ ਮੈਂ ਲਾਇਸੈਂਸ ਲਵਾਂ ਨਵਾਂ ਅਤੇ ਫਿਰ ਕੋਈ ਨਵਾਂ ਕੰਮ ਸ਼ੁਰੂ ਕਰਾਂ। ਤਾਂ ਐਜ਼ ਏ ਬੈਕਅਪ ਮੈਂ ਆਪਣੇ ਲਈ ਇੱਕ ਸੇਫਟੀ ਤੌਰ 'ਤੇ ਚੱਲਿਆ। ਇਸੇ ਕਰਕੇ ਮੈਂ ਆਪਣੀ ਸਟੱਡੀ ਲਾਈਫ 'ਚ ਹੀ ਆਪਣਾ AZ ਲਾਇਸੈਂਸ ਬਣਵਾ ਲਿਆ ਸੀਗਾ। ਤਾਂ ਇਹ ਡਿਪੈਂਡ ਕਰਦਾ ਜੀ ਅਪ ਟੂ ਯੂ, ਤੁਸੀਂ ਇਹ ਚੀਜ਼ ਨੂੰ ਲੈ ਕੇ ਕਿਵੇਂ ਸੋਚਦੇ ਹੋ। ਤਾਂ ਜੀ ਹੁਣ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਐਡਵਾਈਸ ਦੇਣਾ ਚਾਹੁੰਦਾ ਆਪਣੇ ਵੱਲੋਂ। ਉਹ ਐਡਵਾਈਸ ਕੀ ਆ, ਮੈਂ ਦੇਖਿਆ ਮੋਸਟਲੀ ਸਟੂਡੈਂਟ ਜਿਹੜੇ +2 ਤੋਂ ਬਾਅਦ ਆਉਂਦੇ ਨੇ ਤਾਂ ਉਹਨਾਂ ਦੀ ਲਗਭਗ ਏਜ 18 ਸਾਲ ਜਾਂ ਉਸ ਤੋਂ ਉੱਤੇ ਦੀ ਹੁੰਦੀ ਆ। ਤਾਂ ਉਹਨਾਂ ਨੂੰ ਮੈਂ ਸਲਾਹ ਦੇਣਾ ਚਾਹੁੰਦਾ, ਜਦੋਂ ਵੀ ਉਹ 18 ਸਾਲ ਦੇ ਹੁੰਦੇ ਨੇ ਤਾਂ ਉਸੇ ਟਾਈਮ 'ਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਇੰਡੀਆ ਦਾ ਡਰਾਈਵਿੰਗ ਲਾਇਸੈਂਸ ਬਣਵਾ ਲੈਣਾ ਚਾਹੀਦਾ। ਹੁਣ ਮੋਸਟਲੀ ਸਟੂਡੈਂਟ ਕੀ ਸੋਚਦੇ ਨੇ, ਉਹ ਸੋਚਦੇ ਨੇ ਕਿ ਆਪਾਂ ਕੁਝ ਮਹੀਨੇ 'ਚ ਤੋਂ ਬਾਅਦ ਤਾਂ ਚਲੇ ਹੀ ਜਾਣਾ ਕੈਨੇਡਾ, ਵੀ ਇੰਡੀਆ ਦਾ ਲਾਇਸੈਂਸ ਬਣਵਾਉਣ ਦਾ ਕੋਈ ਫਾਇਦਾ ਨਹੀਂ। ਜਦੋਂ 18 ਸਾਲ ਦੇ ਹੁੰਦੇ ਨੇ ਉਹਨਾਂ ਇੱਦਾਂ ਹੁੰਦਾ +2 ਕਰ ਲਈ ਕਿ ਬਸ ਹੁਣ ਕੁਝ ਮਹੀਨਿਆਂ 'ਚ ਹੀ ਚਲੇ ਜਾਣਾ। ਦੇਖੋ, ਜੇ ਤੁਸੀਂ ਲਾਇਸੈਂਸ ਬਣਵਾ ਲਓਗੇ, ਜੇ ਤਾਂ ਤੁਸੀਂ ਕੁਝ ਮਹੀਨਿਆਂ ਬਾਅਦ ਹੀ ਕੈਨੇਡਾ ਚਲੇ ਗਏ ਜਾਂ ਪਹੁੰਚ ਗਏ ਜਾਂ ਤੁਹਾਡਾ ਵੀਜ਼ਾ ਲੱਗਾ ਤਾਂ ਬਹੁਤ ਚੰਗੀ ਗੱਲ ਆ। ਬਟ ਉਹ ਸਾਰੇ ਕੇਸਾਂ 'ਚ ਕੀ ਹੁੰਦਾ ਕਿ ਪਹਿਲਾਂ ਆਪਾਂ ਆਇਲਸ ਸ਼ੁਰੂ ਕਰਦੇ ਹਾਂ, ਫਿਰ ਆਇਲਸ ਨੂੰ ਕਰਦੇ 2-3 ਮੰਥ ਲੱਗ ਜਾਂਦੇ ਨੇ। ਕਈ ਵਾਰ ਪਹਿਲੇ ਅਟੈਂਪਟ 'ਚ ਆਪਣੇ ਬੈਂਡ ਨਹੀਂ ਵੀ ਆਉਂਦੇ, ਫਿਰ ਆਪਾਂ ਦੁਬਾਰਾ ਟਰਾਈ ਕਰਦੇ ਹਾਂ, ਫਿਰ ਆਪਾਂ ਵੀਜ਼ਾ ਅਪਲਾਈ ਕਰਦੇ ਹਾਂ, ਫਿਰ ਰੱਬ ਨਾ ਕਰੇ ਵੀਜ਼ਾ ਰਿਜੈਕਟ ਹੋ ਜੇ ਤਾਂ ਵੀਜ਼ਾ ਦੁਬਾਰਾ ਅਪਲਾਈ ਕਰਨਾ ਪੈ ਜੇ। ਤਾਂ ਮੇਰੇ ਕਹਿਣ ਦਾ ਮਤਲਬ ਕਈ ਵਾਰ ਸਰਕਮਸਟਾਂਸਿਸ ਇੱਦਾਂ ਦੇ ਹੋ ਜਾਂਦੇ ਨੇ ਕਿ ਆਪਣਾ 1 ਸਾਲ ਉੱਥੇ ਹੀ ਵੇਸਟ ਹੋ ਜਾਂਦਾ। ਤਾਂ ਐਟਲੀਸਟ ਉਹ 1 ਸਾਲ ਦੇ ਵਿੱਚ ਆਪਾਂ ਆਪਣਾ ਇੰਡੀਆ ਦਾ 1 ਸਾਲ ਦਾ ਐਕਸਪੀਰੀਅੰਸ ਤਾਂ ਆਪਣੇ ਕੋਲ ਹੋਊਗਾ ਨਾ ਜਦੋਂ ਆਪਾਂ ਇੱਥੇ ਆਵਾਂਗੇ। ਤਾਂ ਐਟਲੀਸਟ ਇੱਥੋਂ G1 ਤੋਂ ਸਿੱਧਾ G2 ਦਾ ਬਣਵਾ ਸਕੋਗੇ। ਕੈਨੇਡਾ ਦੇ ਵਿੱਚ ਤੇ ਸਪੈਸ਼ਲੀ ਇੱਥੇ GTA ਏਰੀਆ ਦੇ ਵਿੱਚ ਜਾਂ ਹੋਰ ਬਹੁਤ ਸਾਰੀ ਵੱਡੀਆਂ ਸਿਟੀਆਂ ਦੇ ਵਿੱਚ ਤੁਹਾਨੂੰ ਕਾਰ ਦੀ ਬਹੁਤ ਲੋੜ ਪੈਣੀ ਆ। ਤਾਂ ਬਹੁਤ ਸਾਰੇ ਕੰਮ ਨੇ ਉਹ ਤੁਹਾਡੇ ਕਾਰ 'ਤੇ ਡਿਪੈਂਡ ਕਰਦੇ ਨੇ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਇੱਥੇ ਆਉਂਦੇ ਸਾਰ ਕਾਰ ਲਓ, ਜੇ ਤੁਸੀਂ ਕਾਰ ਸਾਰ ਸਕਦੇ ਹੋ ਕਾਰ ਬਿਨਾਂ ਤਾਂ ਫਿਰ ਉਦੋਂ ਚੰਗੀ ਤਾਂ ਕੋਈ ਗੱਲ ਹੈ ਨਹੀਂ। ਮੈਂ ਵੀ ਸਾਰਿਆ, ਮੈਂ 1 ਸਾਲ ਮੈਂ ਵੀ ਬਿਨਾਂ ਕਾਰ ਤੋਂ ਰਿਹਾ ਇੱਥੇ। ਜੇ ਤੁਸੀਂ ਐਜ਼ ਏ ਸਟੂਡੈਂਟ ਸੇਵਿੰਗ ਕਰਦੇ ਹੋ, ਕਾਰ ਦੀ ਤੁਹਾਨੂੰ ਹਲੇ ਨਹੀਂ ਲੋੜ ਪੈ ਰਹੀ ਤਾਂ ਫਿਰ ਤਾਂ ਚੰਗੀ ਗੱਲ। ਬਟ ਜੇ ਕਦੇ ਫਿਊਚਰ 'ਚ ਚੱਲ ਕੇ ਜਦੋਂ ਤੁਸੀਂ ਫਾਈਨੈਂਸ਼ੀਅਲੀ ਸਟੇਬਲ ਹੋ ਗਏ, ਜਦੋਂ ਤੁਹਾਨੂੰ ਲੱਗਿਆ ਕਿ ਮੈਨੂੰ ਕਾਰ ਦੀ ਲੋੜ ਹੈਗੀ ਆ, ਕਿਉਂਕਿ ਇੱਥੇ ਬਹੁਤ ਸਾਰੀ ਜਗ੍ਹਾ ਇੱਦਾਂ ਨੇ ਜਿੱਥੇ ਕੰਮਾਂ 'ਤੇ ਤੁਹਾਨੂੰ ਕਾਰ ਦੀ ਲੋੜ ਪੈਂਦੀ ਹੈ, ਤੁਹਾਡਾ ਕੰਮ ਕਾਰ 'ਤੇ ਡਿਪੈਂਡ ਹੁੰਦਾ। ਬਹੁਤ ਸਾਰੀ ਜਗ੍ਹਾ ਇੱਦਾਂ ਦੀਆਂ ਨੇ ਜਿੱਥੇ ਮਿਡਨਾਈਟ ਨੂੰ ਕੰਮ ਖਤਮ ਹੁੰਦਾ ਜਾਂ ਸ਼ੁਰੂ ਹੁੰਦਾ, ਕਿਉਂਕਿ ਮਿਡਨਾਈਟ ਨੂੰ ਪਬਲਿਕ ਟਰਾਂਸਪੋਰਟ ਨਹੀਂ ਚੱਲਦਾ ਇੱਥੇ ਇੰਨੇ। ਪਬਲਿਕ ਟਰਾਂਸਪੋਰਟ ਉੱਦਾਂ ਵੀ ਇੰਨਾ ਵਧੀਆ ਨਹੀਂ। ਜਦੋਂ ਫਿਊਚਰ 'ਚ ਚੱਲ ਕੇ ਜਦੋਂ ਤੁਸੀਂ ਫਾਈਨੈਂਸ਼ੀਅਲੀ ਸਟੇਬਲ ਹੋ ਗਏ, ਉਦੋਂ ਤੁਹਾਨੂੰ ਕਾਰ ਦੀ ਲੋੜ ਪੈਂਦੀ ਆ। ਤਾਂ ਤੁਹਾਨੂੰ ਕਾਰ ਦੀ ਵੇਟ ਕਰਨ ਦੀ ਲੋੜ ਨਹੀਂ ਪੈਣੀ ਫਿਰ ਲੈਣ ਲਈ। ਮੈਂ ਬਹੁਤ ਸਾਰੇ ਬੱਚੇ ਦੇਖੇ ਨੇ ਕਿ ਪਹਿਲਾਂ ਤਾਂ ਉਹਨਾਂ ਦਾ ਸਰਦਾ ਹੁੰਦਾ, ਪਰ ਜਦੋਂ ਉਹਨਾਂ ਨੂੰ ਕਾਰ ਦੀ ਲੋੜ ਪੈਂਦੀ ਹੈ ਤਾਂ ਉਦੋਂ ਉਹ G1 ਲਾਇਸੈਂਸ ਬਣਵਾ ਰਹੇ ਹੁੰਦੇ ਨੇ। ਫਿਰ ਉਹਨਾਂ ਨੂੰ 1 ਸਾਲ ਵੇਟ ਕਰਨੀ ਪੈਂਦੀ ਹੈ ਅਤੇ ਫਿਰ G2 ਬਣਵਾਉਂਦੇ ਨੇ, ਫਿਰ ਕਾਰ ਲੈਂਦੇ ਨੇ।
ਤਾਂ ਇਹ ਇੱਕ ਸੁਜੈਸ਼ਨ ਆ। ਤੇ ਦੂਜਾ ਮੈਂ ਤੁਹਾਨੂੰ ਇੱਕ ਸੁਜੈਸ਼ਨ ਇਹ ਦੇਣਾ ਚਾਹਾਂ ਕਿ ਜਦੋਂ ਵੀ ਤੁਸੀਂ ਇੰਡੀਆ ਤੋਂ ਇੱਥੇ ਆ ਰਹੇ ਹੋ, ਜੇ ਤੁਹਾਡੇ ਕੋਲ ਮਿਨੀਮਮ 1 ਸਾਲ ਦਾ ਜਾਂ ਉਸ ਤੋਂ ਵੱਧ ਦਾ ਐਕਸਪੀਰੀਅੰਸ ਆ, ਤਾਂ ਆਪਣਾ ਇੰਡੀਅਨ ਡਰਾਈਵਿੰਗ ਦਾ ਐਕਸਟਰੈਕਟ ਕਢਾ ਕੇ ਲੈ ਕੇ ਆਓ ਇੱਥੇ। ਉਹਦੇ ਨਾਲ ਇਹ ਉਹੀ ਚੀਜ਼ ਆ ਜਿਹੜੀ ਸਬਮਿਟ ਕਰਕੇ ਆਪਣਾ ਐਕਸਪੀਰੀਅੰਸ ਕਾਊਂਟ ਹੁੰਦਾ ਇੱਥੇ। ਤੁਸੀਂ ਇਹਨੂੰ ਬਾਅਦ ਵਿੱਚ ਵੀ ਬਾਏ ਪਾਰਸਲ ਵੀ ਮੰਗਵਾ ਸਕਦੇ ਹੋ। ਮੈਨੂੰ ਵੀ ਇਹ ਚੀਜ਼ ਕਿਸੇ ਨੇ ਦੱਸੀ ਨਹੀਂ ਸੀ, ਤਾਂ ਮੈਂ ਇੰਡੀਆ ਤੋਂ ਪਾਰਸਲ ਕਰਵਾਇਆ ਸੀ ਆਪਣਾ ਐਕਸਟਰੈਕਟ। ਬਟ ਇਹ ਸੁਜੈਸ਼ਨ ਆ ਕਿ ਜੇ ਤੁਸੀਂ ਨਾਲ ਲਿਆਓਗੇ ਤਾਂ ਬਹੁਤ ਚੰਗੀ ਗੱਲ ਆ। ਮੈਂ ਤੁਹਾਨੂੰ ਇੱਥੇ ਇੱਕ ਹੋਰ ਗੱਲ ਦੱਸਣੀ ਚਾਹੁੰਦਾ, ਹਰ ਇੱਕ ਪ੍ਰੋਵਿੰਸ ਦੇ ਅਲੱਗ-ਅਲੱਗ ਰੂਲ ਹੁੰਦੇ ਨੇ। ਇੱਥੇ ਮੈਂ ਗੱਲ ਕਰਦਾ ਜੇ ਮੌਂਟਰੀਅਲ ਦੀ ਜਾਂ ਫਿਰ ਕਿਊਬਿਕ ਪ੍ਰੋਵਿੰਸ ਦੀ ਪੂਰੀ ਦੀ, ਤਾਂ ਉੱਥੇ ਜਿਹੜੇ ਵੀ ਸਟੂਡੈਂਟ ਜਾਂਦੇ ਨੇ ਉੱਥੇ ਤੁਸੀਂ ਸਿਰਫ ਇੰਡੀਆ ਦਾ ਲਾਇਸੈਂਸ ਤੁਹਾਡਾ ਬਣਿਆ ਹੋਵੇ, ਕੋਈ ਮੈਟਰ ਨਹੀਂ ਕਰਦਾ ਉਹ ਤੇ ਐਕਸਪੀਰੀਅੰਸ ਦਾ, ਭਾਵੇਂ ਉਹ ਨਵਾਂ ਹੀ ਬਣਿਆ ਹੋਵੇ, ਤੁਸੀਂ ਇੱਕ ਇੰਡੀਅਨ ਲਾਇਸੈਂਸ ਦੇ ਉੱਤੇ ਕਾਰ ਡਰਾਈਵ ਕਰ ਸਕਦੇ ਹੋ ਤੇ ਕਾਰ ਖਰੀਦ ਸਕਦੇ ਹੋ। ਕਾਰ ਦਾ ਲਾਇਸੈਂਸ ਬਣਵਾ ਵੀ ਸਕਦੇ ਹੋ, ਬਟ ਜੇ ਤੁਹਾਡੇ ਕੋਲ ਨਹੀਂ ਵੀ ਹੈਗਾ, ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ ਹੈਗਾ, ਤਾਂ ਤੁਸੀਂ ਕਿਊਬਿਕ ਦੇ ਵਿੱਚ ਪੂਰੀ ਕਿਊਬਿਕ 'ਚ ਤੁਸੀਂ ਉਹ 'ਤੇ ਡਰਾਈਵ ਕਰ ਸਕਦੇ ਹੋ, ਕਾਰ ਖਰੀਦ ਸਕਦੇ ਹੋ। ਤਾਂ ਇਹ ਸੀ ਜੀ ਅੱਜ ਦੀ ਵੀਡੀਓ। ਮੈਂ ਉਮੀਦ ਕਰਦਾ ਕਿ ਤੁਹਾਡੇ ਬਹੁਤ ਸਾਰੇ ਜਿਹੜੇ ਪੁਆਇੰਟਸ ਹੋਣਗੇ ਉਹਨਾਂ ਨੂੰ ਮੈਂ ਕਵਰ ਕਰ ਲਿਆ ਹੋਊਗਾ। ਬਟ ਜੇ ਸਟਿਲ ਤੁਹਾਨੂੰ ਫਿਰ ਵੀ ਕੋਈ ਤੁਹਾਡੇ ਮਨ 'ਚ ਸਵਾਲ ਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ, ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਤਾਂ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵੀਡੀਓ 'ਚ। ਧੰਨਵਾਦ ਜੀ। Once upon a time in the city of Milwaukee lived a boy with a dream and a vision not to copy and a heart to make music.